ਮੋਰਨਿੰਗ ਸਟੂਡੈਂਟਸ। ਆਪਾਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਹੈਗਾ ਕਿ ਮੂਵਮੈਂਟ ਆਫ ਇਨਰਸ਼ੀਆ ਕੀ ਹੁੰਦਾ ਹੈਗਾ ਤੇ ਇਸ ਲੈਕਚਰ ਦੇ ਵਿੱਚ ਆਪਾਂ ਪੜ੍ਹਨਾ ਹੈਗਾ ਕਿ ਜਿਹੜੀਆਂ ਦੋ ਥਿਊਰਮਸ ਹੈਗੀ ਆ ਮੂਵਮੈਂਟ ਆਫ ਇਨਰਸ਼ੀਆ ਦੇ ਨਾਲ ਰਿਲੇਟਡ ਉਹਨਾਂ ਦੇ ਬਾਰੇ ਆਪਾਂ ਪੜ੍ਹਨਾ ਹੈ ਤੇ ਤੁਹਾਡਾ ਜਿਹੜੇ ਇਹਦੇ ਵਿੱਚ ਸਿਰਫ ਉਹਨਾਂ ਦੀ ਸਟੇਟਮੈਂਟਸ ਬਾਰੇ ਹੈਗੀ ਹੈ ਕਿ ਮੂਵਮੈਂਟ ਆਫ ਇਨਰਸ਼ੀਆ ਤੁਸੀਂ ਪੈਰਲਲ ਐਕਸਿਸ ਥਿਊਰਮ ਤੇ ਪਰਪੈਂਡੀਕੂਲਰ ਐਕਸਿਸ ਥਿਊਰਮ ਨਾਲ ਕਿਵੇਂ ਫਾਈਂਡ ਆਊਟ ਕਰ ਸਕਦੇ ਹੈਗੇ ਹੋ। ਤੋ ਆਪਾਂ ਹੁਣ ਪੜ੍ਹਨਾ ਹੈਗਾ ਥਿਊਰਮਸ। ਜਿਹੜੀਆਂ ਥਿਊਰਮਸ ਹੈਗੀਆਂ ਸਾਡੀਆਂ ਤਾਂ ਸਭ ਤੋਂ ਪਹਿਲਾਂ ਸਾਡੀ ਹੈਗੀ ਹੈ ਪੈਰਲਲ ਐਕਸਿਸ ਥਿਊਰਮ। ਮੀਨਸ ਮੂਵਮੈਂਟ ਆਫ ਇਨਰਸ਼ੀਆ ਜੇ ਤੁਹਾਨੂੰ ਕਿਸੇ ਇੱਕ ਐਕਸਿਸ ਦੇ ਅਰਾਊਂਡ ਪਤਾ ਹੈਗਾ ਤੇ ਯੂਜ਼ਿੰਗ ਥੀਸ ਥਿਊਰਮਸ ਯੂ ਕੈਨ ਫਾਈਂਡ ਆਊਟ ਦ ਮੂਵਮੈਂਟ ਆਫ ਇਨਰਸ਼ੀਆ ਅਰਾਊਂਡ ਸਮ ਅਨਦਰ ਐਕਸਿਸ which may be parallel to the given axis or it may be perpendicular to the given axis। ਠੀਕ ਹੈ, ਤਾਂ ਸਭ ਤੋਂ ਪਹਿਲਾਂ ਸਾਡੀ ਥਿਊਰਮ ਹੈਗੀ ਹੈ that is parallel axis theorem। parallel axis theorem ਕੀ ਕਹਿੰਦੀ ਹੈਗੀ ਹੈ ਕਿ ਅਗਰ ਸਾਡੇ ਕੋਲ ਮੰਨ ਲਓ ਆ ਬੋਡੀ ਹੈਗੀ ਹੈ, ਤੁਹਾਡੀ ਰਿਜਿਡ ਬੋਡੀ ਹੈਗੀ ਹੈ ਤੇ ਇਸ ਬੋਡੀ ਦਾ ਮਾਸ ਕਿੰਨਾ ਹੈਗਾ m ਹੈਗਾ ਤੇ x ਡੈਸ਼ ਜਿਹੜੀ ਹੈਗੀ ਹੈ ਐਕਸਿਸ ਹੈ ਬੋਡੀ ਦੇ ਸੈਂਟਰ ਚੋਂ ਪਾਸ ਕਰਦੀ ਪਈ ਹੈਗੀ ਹੈ ਤੇ ਇਸ ਐਕਸਿਸ ਦੇ ਅਰਾਊਂਡ ਤੁਹਾਨੂੰ ਮੂਵਮੈਂਟ ਆਫ ਇਨਰਸ਼ੀਆ ਪਤਾ ਹੈਗਾ ਜਿਹਨੂੰ ਆਪਾਂ ICOM ਮੀਨਸ ਸੈਂਟਰ ਆਫ ਮਾਸ ਤਾਂ ICOM ਦੇ ਨਾਲ ਡਿਨੋਟ ਕਰਦੇ ਹੈਗੇ ਆ। ਤਾਂ this is x dash is the axis passing through the center of mass of the body। ਇਹਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ ਤੁਹਾਨੂੰ ਪਤਾ ਹੈਗਾ ਕਿ ਕੀ ਹੁੰਦਾ ਹੈਗਾ। ਠੀਕ ਹੈ ਬੱਚੋ, ਤੇ ਇੱਕ ਹੋਰ ਐਕਸਿਸ ਹੈ AB ਜਿਹਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ ਤੁਸੀਂ ਫਾਈਂਡ ਆਊਟ ਕਰਨਾ ਹੈ ਤੇ ਜਿਹੜੀ ਇਹ ਐਕਸਿਸ AB ਹੈਗੀ ਹੈ ਇਹ ਜਿਹੜੀ ਸਾਡੀ x ਐਕਸਿਸ ਦੇ ਪੈਰਲਲ ਹੈਗੀ ਹੈ, ਤਾਂ ਹੀ ਆਪਾਂ ਇਹਨੂੰ ਕਿਹਾ ਹੈ ਪੈਰਲਲ ਐਕਸਿਸ ਥਿਊਰਮ। ਤੇ ਇਹਨੂੰ ਫਾਈਂਡ ਆਊਟ ਕਰਨ ਦਾ ਜਿਹੜਾ ਸਾਡਾ ਫਾਰਮੂਲਾ ਹੈਗਾ ਤੇ ਉਹ ਆਪਾਂ ਬਾਅਦ ਚ ਪੜ੍ਹਦੇ ਹਾਂ। ਪਹਿਲਾਂ ਆਪਾਂ ਦੇਖਦੇ ਹਾਂ ਕਿ ਕੀ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਇਸ ਥਿਊਰਮ ਨੂੰ ਅਪਲਾਈ ਕਰਨ ਵਾਸਤੇ। ਤਾਂ ਸਭ ਤੋਂ ਪਹਿਲਾਂ ਸਾਡੀ ਹੈਗੀ ਹੈ the two axes must be parallel। ਜਿਹੜੀ ਐਕਸਿਸ ਹੈਗੀਆਂ ਉਹ ਆਪਸ ਦੇ ਵਿੱਚ ਪੈਰਲਲ ਹੋਣੀਆਂ ਚਾਹੀਦੀਆਂ। ਦੂਸਰੀ ਕੰਡੀਸ਼ਨ ਕੀ ਹੈਗੀ ਹੈ the axis should pass through center of mass। ਜਿਵੇਂ ਆਹ ਵਾਲੀ ਐਕਸਿਸ ਜਿਹੜੀ x ਐਕਸਿਸ ਹੈ ਜਿਹੜੀ ਤੁਹਾਡੀ ਬੋਡੀ ਦੇ ਸੈਂਟਰ ਚ ਪਾਸ ਕਰਦੀ ਪਈ ਹੈਗੀ ਹੈ ਮੀਨਸ ਇੱਕ ਤਾਂ ਕੰਡੀਸ਼ਨ ਇਹ ਹੋ ਗਈ ਕਿ ਉਹਦੇ ਸੈਂਟਰ ਚ ਪਾਸ ਕਰ ਗਈ, ਦੂਜੀ ਦੋਨੋਂ ਐਕਸਿਸ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਪੈਰਲਲ ਹੈਗੀਆਂ। ਠੀਕ ਹੈ, ਤੇ ਥਰਡ ਇਜ਼ ਦੈਟ ਦੋਨਾਂ ਦੇ ਵਿੱਚ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਹੈ ਉਹ ਕਿੰਨਾ ਹੈਗਾ that is a means distance between two axis ਕਿੰਨਾ ਹੈਗਾ a। ਤਾਂ ਇਸ ਚੀਜ਼ ਨੂੰ ਯੂਜ਼ ਕਰਕੇ ਜਿਹੜੀ ਸਾਡੀ ਮੂਵਮੈਂਟ ਆਫ ਇਨਰਸ਼ੀਆ ਹੈਗੀ ਹੈ ਐਕਸਿਸ ਦੇ ਅਰਾਊਂਡ ਫਾਈਂਡ ਆਊਟ ਕਰਨ ਦਾ ਫਾਰਮੂਲਾ ਕੀ ਹੈਗਾ ਉਹ ਕਹਿੰਦਾ ਹੈਗਾ ਮੂਵਮੈਂਟ ਆਫ ਇਨਰਸ਼ੀਆ ਅਬਾਊਟ ਅ ਗਿਵਨ ਐਕਸਿਸ। ਕੋਈ ਵੀ ਸਾਡੀ ਗਿਵਨ ਐਕਸਿਸ ਜਿਹਦੇ ਅਰਾਊਂਡ ਤੁਸੀਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਨਾ ਚਾਹੁੰਦੇ ਹੈਗੇ ਹੋ that will be equal to I means AB ਦੇ ਅਰਾਊਂਡ ਆਪਾਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਨੇ ਆ IAB will be equal to the moment of inertia about the axis which is passing through the center of the body। ਜਿਵੇਂ ਜਿਹੜੀ x axis ਦੇ ਅਰਾਊਂਡ moment of inertia ਤੁਹਾਨੂੰ ਪਤਾ ਹੈਗਾ plus the mass of the body ਕਿੰਨਾ ਹੈਗਾ ਤੇ ਇਹ ਕੀ ਚੀਜ਼ ਹੈ ਤੁਹਾਡਾ distance between the two axis। ਇੱਕ ਜਿਹੜੀ ਸੈਂਟਰ ਚੋਂ ਪਾਸ ਕਰ ਰਹੀ ਹੈ, ਦੂਜੀ ਜਿਹਦੇ ਅਰਾਊਂਡ ਤੁਸੀਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਨਾ ਹੈਗਾ। So this is the formula to find out the parallel moment of inertia using parallel axis theorem। ਫਿਰ ਸਾਡੇ ਕੋਲ ਹੈਗੀ ਹੈ ਇਸ ਦੀ ਸਿਰਫ ਤੁਹਾਨੂੰ ਸਟੇਟਮੈਂਟ ਹੀ ਆਏਗੀ ਤਾਂ ਤੁਹਾਨੂੰ ਸਟੇਟਮੈਂਟ ਪਤਾ ਹੋਣੀ ਚਾਹੀਦੀ ਹੈਗੀ ਹੈ moment of inertia about an axis parallel is given by center of mass ਤੋਂ ਜਿਹੜੀ ਪਾਸ ਕਰਦੀ ਹੈ ਉਹਦੇ ਅਰਾਊਂਡ moment of inertia। ਠੀਕ ਹੈ, passing through the center of mass plus the product of the mass of the body and the square of the distance between them। ਤਾਂ ਇਹ ਤੁਹਾਨੂੰ ਸਟੇਟਮੈਂਟ ਐਜ਼ ਇਟ ਇਜ਼ ਹੀ ਯਾਦ ਰੱਖਣੀ ਪੈਣੀ ਹੈਗੀ ਹੈ। ਤੇ ਸੈਕਿੰਡ ਸਾਡੀ ਥਿਓਰਮ ਹੈਗੀ ਹੈ ਪਰਪੈਂਡੀਕੂਲਰ ਐਕਸਿਸ ਥਿਓਰਮ। ਪਰਪੈਂਡੀਕੂਲਰ ਐਕਸਿਸ ਥਿਓਰਮ, ਪਰਪੈਂਡੀਕੂਲਰ ਦਾ ਮੀਨਸ ਕੀ ਹੈ ਜਿਹੜੀਆਂ ਐਕਸਿਸ ਹੈ ਉਹ ਆਪਸ ਦੇ ਵਿੱਚ ਪਰਪੈਂਡੀਕੂਲਰ ਹੋਣੀ ਚਾਹੀਦੀਆਂ। ਤਾਂ ਇਹਦੇ ਵਿੱਚ ਇਹਦਾ ਫਾਰਮੂਲਾ ਕੀ ਹੈਗਾ ਮੰਨ ਲਓ ਸਾਡੇ ਕੋਲ ਕੋਈ ਬੋਡੀ ਹੈਗੀ ਹੈ ਜੋ XY ਪਲੇਨ ਦੇ ਵਿੱਚ ਪਈ ਹੋਈ ਹੈ, P ਪੁਆਇੰਟ ਹੈ ਮੰਨ ਲਓ ਉਹ
एक्स वाई प्लेन दे विच पिया है ते एक्स वाई प्लेन जिहड़ा हैगा आपस दे विच परपेंडिकुलर हैगा एक्सिस तो जिहड़ी थर्ड एक्सिस है दैट इज आई जेड मीनस ये तीनों एक्सिस ਜਿਹੜੀਆਂ आपस ਦੇ ਵਿੱਚ परपेंडिकुलर ਹੈਗੀਆਂ then moment of inertia around IZ will be equal to the moment of inertia around IX plus moment of inertia around YIY means ਜਿਹੜੀ third axis ਹੋਏਗੀ ਉਹਦੇ ਅਰਾਊਂਡ ਮੋਮੈਂਟ ਆਫ ਇਨਰਸ਼ੀਆ ਕਿਹਦੇ ਬਰਾਬਰ ਹੋਏਗਾ ਜੋ ਦੋ ਐਕਸਿਸ ਸੇਮ ਪਲੇਨ ਦੇ ਵਿੱਚ ਲਾਈ ਕਰਦੀਆਂ ਅਗਰ ਆਪਾਂ ਦੂਜੀ ਤਰ੍ਹਾਂ ਲਿਖੀਏ ਕਿ ਮੈਂ ਮੋਮੈਂਟ ਆਫ ਇਨਰਸ਼ੀਆ ਅਰਾਊਂਡ ਵਾਈ ਐਕਸਿਸ ਫਾਈਂਡ ਆਊਟ ਕਰਨਾ ਚਾਹੁੰਦੀ ਹਾਂ ਤਾਂ ਮੇਰੇ ਕੋਲ ਜਿਹੜਾ ਆਬਜੈਕਟ ਹੈ ਆਈ ਜ਼ੈਡ ਪਲਸ ਆਈ ਐਕਸ ਦੇ ਵਿੱਚ ਲਾਈ ਕਰਨਾ ਚਾਹੀਦਾ ਹੈਗਾ ਠੀਕ ਹੈ ਬੱਚੋ ਤੇ ਇਹਦੇ ਵਾਸਤੇ ਫਿਰ ਕੰਡੀਸ਼ਨ ਕੀ ਹੋਗੀ ਕਿ ਜਿਹੜੀਆਂ ਐਕਸ ਵਾਈ Z axis है they should be mutually perpendicular to each other means आपस ਦੇ ਵਿੱਚ तीनों ਦਾ ਵਿੱਚ एंगल कितना होना चाहिए 90 डिग्री दूसरी means x y should be in plane of the body कोई दो एक्सिस जिन्हां ਨੂੰ ਆਪਾਂ ਨੇ ਐਡ ਕਰਨਾ ਹੈਗਾ ਜੋ ਥਰਡ ਐਕਸਿਸ ਦੇ ਬਰਾਬਰ ਹੋਏਗਾ ਉਹ ਬੋਡੀ ਦੇ ਪਲੇਨ ਦੇ ਵਿੱਚ ਲਾਈ ਕਰਨੀ ਜ਼ਰੂਰੀ ਹੈਗੀ ਹੈ third is that the z axis should be perpendicular to the plane of the body means ਜਿਹਦੇ ਅਰਾਊਂਡ ਮੋਮੈਂਟ ਆਫ ਇਨਰਸ਼ੀਆ ਤੁਸੀਂ ਫਾਈਂਡ ਆਊਟ ਕਰਨਾ ਹੈਗਾ ਮੰਨ ਲਓ ਆਈ ਜ਼ੈਡ ਐਕਸਿਸ ਹੈ ਇਹ ਜਿਹੜਾ ਬੋਡੀ ਜਿਸ ਪਲੇਨ ਦੇ ਵਿੱਚ ਲਾਈ ਕਰਦੀ ਹੈ ਦੋਨਾਂ ਦੇ ਪਰਪੈਂਡੀਕੂਲਰ ਹੋਣੀ ਚਾਹੀਦੀ ਯਾਨੀ ਕਿ ਆਹ ਐਂਗਲ ਵੀ 90 ਡਿਗਰੀ ਹੋ ਗਿਆ ਤੇ ਆਹ ਐਂਗਲ ਵੀ ਤੁਹਾਡਾ 90 ਡਿਗਰੀ ਹੋ ਗਿਆ ਤੇ ਇਹਦੀ ਤੁਹਾਡੀ ਸਟੇਟਮੈਂਟ ਕੀ ਹੋ ਜਾਏਗੀ means the moment of inertia of the body about an axis perpendicular to the plane of the body is equal to sum of moment of inertia of the body about any two mutually perpendicular axes that lying in the same plane means ਦੋ axis ਜਿਹਦੇ around moment of inertia ਤੁਹਾਨੂੰ ਪਤਾ ਹੈਗਾ ਤੇ ਉਹ ਦੋਨੋਂ axis ਇੱਕ ਹੀ ਪਲੇਨ ਦੇ ਵਿੱਚ ਲਾਈ ਕਰਨੀ ਚਾਹੀਦੀ ਹੈ ਤਾਂ ਥਰਡ ਐਕਸਿਸ ਦੇ ਅਰਾਊਂਡ ਤੁਸੀਂ ਮੂਵਮੈਂਟ ਆਫ ਇਨਰਸ਼ੀਆ ਕੱਢ ਸਕਦੇ ਹੋ ਯੂਜ਼ਿੰਗ ਪਰਪੈਂਡੀਕੂਲਰ ਐਕਸਿਸ ਥਿਊਰਮ ਤਾਂ ਦੋਨੋਂ ਥਿਊਰਮਸ ਦੀ ਤੁਹਾਨੂੰ ਸਿਰਫ ਐਕਸਪ੍ਰੈਸ਼ਨ ਤੇ ਡੈਫੀਨੇਸ਼ਨ ਹੀ ਯਾਦ ਕਰਨੀਆਂ ਹੈਗੀਆਂ ਤੇ ਇਹ ਤੁਹਾਨੂੰ ਪੁੱਛੀ ਜਾ ਸਕਦੀ ਹੈ ਇਹਦੀ ਐਪਲੀਕੇਸ਼ਨ ਹੈ ਮੀਨਸ ਤੁਹਾਡੇ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਨ ਵਾਸਤੇ ਤੁਸੀਂ ਇਹਨਾਂ ਨੂੰ ਕਿਵੇਂ ਅਪਲਾਈ ਕਰਨਾ ਹੈ ਤੇ ਉਹਦੇ ਵਾਸਤੇ ਆਪਾਂ ਹੁਣ ਦੇਖਦੇ ਹੈਗੇ ਆ ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ moment of inertia of a rod ਇੱਕ ml ਇੱਕ rod ਹੈ ਜਿਹਦੇ ਅਰਾਊਂਡ moment of inertia ਤੁਸੀਂ find out ਕਰਨਾ ਹੈਗਾ ਬੱਚੋ ਇਹਦੇ ਵਿੱਚ ਤੁਹਾਨੂੰ ਡੈਰੀਵੇਸ਼ਨਸ ਨਹੀਂ ਹੈ ਤੁਹਾਨੂੰ ਡਾਇਰੈਕਟ ਫਾਰਮੂਲੇ ਹੀ ਯਾਦ ਰੱਖਣੇ ਪੈਣੇ ਹੈ ਕਿ rod ਦਾ moment of inertia about an axis x dash axis ਜਿਹੜੀ ਹੈ ਉਸ ਬੋਡੀ ਦੇ ਸੈਂਟਰ ਚੋਂ ਪਾਸ ਕਰ ਰਹੀ ਹੈ ਇਹਦੇ ਅਰਾਊਂਡ ਉਹਦਾ moment of inertia ਕਿੰਨਾ ਹੋਏਗਾ ਉਹ ਯੂਜ਼ਿੰਗ ਦਿਸ ਫਾਰਮੂਲਾ IC is equal to 1/12 ml ਸਕੁਅਰ ਦੇ ਨਾਲ ਤੁਸੀਂ ਫਾਈਂਡ ਆਊਟ ਕਰਨਾ ਹੈਗਾ ਠੀਕ ਹੈ ਇਹ ਤਾਂ ਸੈਂਟਰ ਦੇ ਅਰਾਊਂਡ ਤੁਹਾਨੂੰ ਫਾਰਮੂਲਾ ਪਤਾ ਲੱਗ ਗਿਆ ਕਿ this is the moment of inertia around this axis which is passing through the center of this rod ਠੀਕ ਹੈ ਇਹ ਤੁਹਾਡੀ ਰੋਡ ਹੈ ਜਿਹਦੇ ਸੈਂਟਰ ਚੋਂ ਇਹ ਐਕਸਿਸ ਤੁਹਾਡੀ ਪਾਸ ਕਰ ਰਹੀ ਹੈਗੀ ਹੈ ਠੀਕ ਹੈ ਤੇ ਦੂਜਾ ਹੁਣ ਐਪਲੀਕੇਸ਼ਨ ਕਿਵੇਂ ਹੋਗੀ ਥਿਊਰਮ ਦੀ ਕਹਿੰਦਾ ਹੈਗਾ ਤੁਹਾਨੂੰ ਕਿ you have to find out about the axis through one of the end of its length ਮੰਨ ਲਓ ਇਹ ਕੋਈ ਐਕਸਿਸ ਹੈ y ਡੈਸ਼ ਜੋ ਉਹਦੇ ਰੋਡ ਦੇ ਇੱਕ ਐਂਡ ਤੋਂ ਨਿਕਲਦੀ ਪਈ ਹੈ ਉਹਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ ਤੁਸੀਂ ਕਿਵੇਂ ਫਾਈਂਡ ਆਊਟ ਕਰੋਗੇ ਹੁਣ ਦੇਖੋ ਇਹ ਦੋਨੋਂ ਜਿਹੜੀਆਂ ਐਕਸਿਸ ਹੈ ਆਪਸ ਦੇ ਵਿੱਚ ਪੈਰਲਲ ਹੈਗੀਆਂ ਠੀਕ ਹੈ ਦੂਜੀ ਦੋਨਾਂ ਦੇ ਵਿੱਚ ਡਿਸਟੈਂਸ ਹੈਗਾ L/2 ਹਾਫ ਆਫ ਦਾ ਲੈਂਥ ਇਹਦੇ ਅਰਾਊਂਡ ਆਪਾਂ ਨੂੰ ਮੂਵਮੈਂਟ ਆਫ ਇਨਰਸ਼ੀਆ ਪਤਾ ਹੈ ਜੋ ਉਹਦੀ ਸੈਂਟਰ ਚੋਂ ਪਾਸ ਕਰਦੀ ਹੈ ਤਾਂ ਯੂਜ਼ਿੰਗ parallel axis theorem IYY will be equal to IC plus MA square ਇਹ ਕੀ ਹੈ distance between the two parallel axes ਜਿਹੜੀਆਂ ਦੋ parallel axes ਦੇ ਵਿੱਚ distance ਜਿਹੜਾ ਹੈਗਾ ਤੁਹਾਡਾ L/2 ਹੈਗਾ ਔਰ ਸੈਂਟਰ ਦੇ ਅਰਾਊਂਡ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਹੈਗਾ ਉਹ ਤੁਹਾਡਾ ਕਿੰਨਾ ਹੈਗਾ ਹਾਫ ML ਸਕੁਅਰ ਤਾਂ ਤੁਸੀਂ ਇਹਨੂੰ ਐਡ ਕਰ ਦੋਗੇ ਤਾਂ ਤੁਹਾਡੇ ਕੋਲ ਰਿਲੇਸ਼ਨ ਆ ਗਿਆ I is equal to 1/3 ml ਸਕੁਅਰ ਤਾਂ ਦੋ ਮੂਵਮੈਂਟ ਆਫ ਇਨਰਸ਼ੀਆ ਹੋ ਗਏ ਇੱਕ ਜਿਹੜਾ ਬੋਡੀ ਦੇ ਸੈਂਟਰ ਚੋਂ ਪਾਸ ਕਰਦੀ ਹੈ ਐਕਸਿਸ ਉਹਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ ਤੇ ਦੂਜਾ ਜੋ ਉਹਦੀ
ਇੱਕ ਐਂਡ ਤੋਂ ਪਾਸ ਕਰਦੀ ਹੈ ਉਹਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ। ਇਸੀ ਤਰ੍ਹਾਂ ਤੁਹਾਡੇ ਕੋਲ ਰਿੰਗ ਹੈਗੀ ਹੈ, ਰਿੰਗ ਦਾ ਮੂਵਮੈਂਟ ਆਫ ਇਨਰਸ਼ੀਆ ਤੁਸੀਂ ਫਾਈਂਡ ਆਊਟ ਕਰਨਾ ਹੈ ਅਬਾਊਟ ਐਨ ਐਕਸਿਸ ਪਾਸਿੰਗ ਥਰੂ ਇਟਸ ਸੈਂਟਰ। ਐਕਸ ਡੈਸ਼ ਜਿਹੜੀ ਐਕਸਿਸ ਹੈ ਰਿੰਗ ਦੇ ਸੈਂਟਰ ਚੋਂ ਪਾਸ ਕਰਦੀ ਹੈ, ਜਿਹਦਾ ਰੇਡੀਅਸ ਕਿੰਨਾ ਹੈਗਾ r ਹੈ ਤੇ m ਉਹਦਾ ਮਾਸ ਹੈ। ਤੇ ਇਹਨੂੰ ਫਾਈਂਡ ਆਊਟ ਕਰਨ ਵਾਸਤੇ ਜਿਹੜਾ ਸਾਡਾ ਫਾਰਮੂਲਾ ਹੈ IC is equal to mr square. mr square is the formula for calculating the moment of inertia। ठीक है बच्चों। ते अबाउट द इट्स डायमीटर मोमेंट ऑफ इनर्शिया किस तरह फाइंड आउट करांगे। आई जेड इज इक्वल टू मीन्स जेड एक्सिस दे अराउंड तुहानू पता है जो एक्सिस सेंटर चो पास करती है ਉਹਦੇ ਅਰਾउंड जो मोमेंट ऑफ इनर्शिया हैगा ਉਹ ਕਿਹਦੇ ਨਾਲ गिवन हैगा mr स्क्वायर ਦੇ ਨਾਲ। ਤੇ ਜਿਹੜੀ ਐਕਸਿਸ ਆਈ ਐਕਸ ਤੇ ਆਈ ਵਾਈ ਜਿਹੜੀ ਐਕਸਿਸ ਹੈਗੀ ਹੈ ਇਹ ਡਾਇਆਮੀਟਰ ਦੇ ਅਲੋਂਗ ਹੈਗੀ ਹੈ ਤੇ ਦੋਨੋਂ ਸੇਮ ਪਲੇਨ ਦੇ ਵਿੱਚ ਲਾਈ ਕਰਦੀ ਪਈ ਹੈ। ਤੇ ਜਿਹੜੀ ਜ਼ੈਡ ਐਕਸਿਸ ਹੈ ਤੁਹਾਡੀ ਉਹ ਉਹਦੇ ਪਰਪੈਂਡੀਕੂਲਰ ਪਲੇਨ ਦੇ ਵਿੱਚ ਲਾਈ ਕਰਦੀ ਹੈ। ਤੇ ਜ਼ੈਡ ਐਕਸਿਸ ਆਪਾਂ ਆਈ ਜ਼ੈਡ ਇਜ਼ ਇਕੁਅਲ ਟੂ ਆਈ ਐਕਸ ਪਲਸ ਆਈ ਵਾਈ। ਹੁਣ ਡਾਇਆਮੀਟਰ ਤਾਂ ਜਿਹੜੇ ਮਰਜ਼ੀ ਐਕਸਿਸ ਦੇ ਅਰਾਊਂਡ ਤੁਸੀਂ ਮੇਜ਼ਰ ਕਰ ਲਓ, ਡਾਇਆਮੀਟਰ ਤਾਂ ਤੁਹਾਡਾ ਸੇਮ ਹੀ ਰਹੇਗਾ। ਆਪਾਂ ਅਸਿਊਮ ਕਰ ਲੈਂਦੇ ਹਾਂ moment of inertia about one of its diameter which is along the x-axis is id, second ਦੇ again ਵੀ diameter ਤੁਹਾਡਾ y-axis ਦੇ around ਵੀ same ਹੀ ਰਹੇਗਾ moment of inertia। तो ਦੋਨਾਂ ਨੂੰ ਤੁਸੀਂ add ਕਰਕੇ ਜਿਹੜਾ ਸਾਡਾ relation ਨਿਕਲ ਗਿਆ id is equal to mr square by 2 ਕਿਉਂਕਿ z axis ਕਿਹੜੀ ਹੈਗੀ ਹੈ ਜਿਹੜੀ ਉਹਦੇ ਸੈਂਟਰ ਚੋਂ ਪਾਸ ਕਰਦੀ ਹੈ ਜਿਹਦੇ ਅਰਾਊਂਡ moment of inertia ਸਾਨੂੰ ਪਤਾ ਹੈਗਾ mr square। So this is your expression for the moment of inertia of the ring about one of its diameter। इसी तरह ਤੁਸੀਂ ਡਿਸਕ ਦਾ ਵੀ ਕੱਢ ਸਕਦੇ ਹੋ। moment of inertia ਜੋ ਐਕਸਿਸ ਉਹਦੇ ਸੈਂਟਰ ਚੋਂ ਪਾਸ ਕਰਦੀ ਹੈ ਉਹਦੇ ਅਰਾਊਂਡ moment of inertia ਹੁੰਦਾ ਹੈ 1/2 mr square। ਤੇ ਅਗਰ ਆਪਾਂ ਡਾਇਆਮੀਟਰ ਦੇ ਅਰਾਊਂਡ ਕੱਢਣਾ ਚਾਹੁੰਦੇ ਹੈਗੇ ਹੋ ਸੇਮ ਮੈਥਡ ਦੇ ਨਾਲ ਤੁਸੀਂ ਪਰਪੈਂਡੀਕੂਲਰ ਐਕਸਿਸ ਥਿਓਰਮ ਲੈ ਲੈਣੀ ਹੈ। ਸਾਨੂੰ ਪਤਾ ਹੈ ਡਾਇਆਮੀਟਰ ਦੋਨੋਂ ਐਕਸਿਸ ਦੇ ਅਰਾਊਂਡ ਉਹਦਾ ਮੂਵਮੈਂਟ ਆਫ ਇਨਰਸ਼ੀਆ ਸੇਮ ਹੋਏਗਾ ਤੇ ਸੈਂਟਰ ਦੇ ਅਰਾਊਂਡ ਆਪਾਂ ਪਹਿਲਾਂ ਹੀ ਕੈਲਕੂਲੇਟ ਕਰ ਚੁੱਕੇ ਹਾਂ। ਤਾਂ ਤੁਸੀਂ ਇਹਨੂੰ ਸਬਸਟੀਟਿਊਟ ਕਰੋਗੇ ਇਸ ਥਿਓਰਮ ਦੇ ਅੰਦਰ ਤਾਂ ਤੁਹਾਡੇ ਕੋਲ ਆ ਰਿਲੇਸ਼ਨ ਆ ਜਾਏਗਾ diameter ਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ ਵਿਲ ਬੀ 1/4 mr square। ਚੌਥਾ ਜਿਹੜਾ ਸਾਡਾ ਆਬਜੈਕਟ ਹੈ that is the sphere। ਅਬ sphere ਤੁਹਾਡਾ ਕੀ ਹੁੰਦਾ ਹੈਗਾ ਇੱਕ ਬਾਲ ਦੀ ਤਰ੍ਹਾਂ ਹੁੰਦਾ ਹੈਗਾ ਜਿਹੜਾ ਅੰਦਰੋਂ ਬਿਲਕੁਲ ਦੋ ਤਰ੍ਹਾਂ ਹੋ ਸਕਦਾ ਹੈ ਅੰਦਰੋਂ ਬਿਲਕੁਲ ਭਰਿਆ ਸੋਲਿਡ ਔਰ ਅੰਦਰੋਂ ਬਿਲਕੁਲ ਖਾਲੀ। ਤੇ ਜਦੋਂ ਜਿਹੜਾ ਸੋਲਿਡ ਹੋਏਗਾ ਉਹਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ ਜਿਹੜੀ ਉਹਦੀ ਐਕਸਿਸ ਸੈਂਟਰ ਚੋਂ ਪਾਸ ਕਰਦੀ ਹੈ ਉਹਦਾ ਫਾਰਮੂਲਾ ਹੈਗਾ 2/5 mr square। ਜਿਵੇਂ ਅਰਥ ਲੈ ਲਈਏ ਅਰਥ ਇੱਕ ਸੋਲਿਡ ਆਬਜੈਕਟ ਹੈ ਤਾਂ ਇਸ ਦਾ ਮੂਵਮੈਂਟ ਆਫ ਇਨਰਸ਼ੀਆ ਕੀ ਹੋਏਗਾ 2/5 mr square। ਅਗਰ ਹੋਲੋ ਦੀ ਗੱਲ ਕਰਦੇ ਹੈਗੇ ਆ ਤੇ ਹੋਲੋ ਦੇ ਵਿੱਚ ਮੂਵਮੈਂਟ ਆਫ ਇਨਰਸ਼ੀਆ ਅਬਾਊਟ ਐਨ ਐਕਸਿਸ ਪਾਸਿੰਗ ਥਰੂ ਇਟਸ ਸੈਂਟਰ ਇਜ਼ 2/3 mr square। ਇਹ ਬੱਚੋ ਜਿਹੜੇ ਡਿਫਰੈਂਟ ਮੂਵਮੈਂਟ ਆਫ ਇਨਰਸ਼ੀਆਸ ਹੈਗੇ ਆ ਜਦ ਵੀ ਕੋਈ ਨੂਮੈਰੀਕਲ ਆਏਗਾ ਉਹਦੇ ਵਿੱਚ ਤੁਹਾਨੂੰ ਅਗਰ ਮੂਵਮੈਂਟ ਆਫ ਇਨਰਸ਼ੀਆ ਆਫ ਰਿੰਗ ਦਿੱਤਾ ਹੋਏਗਾ ਤੇ ਜਾਂ ਰਿੰਗ ਫਾਈਂਡ ਆਊਟ ਕਰਨ ਵਾਸਤੇ ਕਿਹਾ ਜਾਊਗਾ ਤਾਂ ਤੁਹਾਨੂੰ ਉਹੀ ਪਰਟੀਕੂਲਰ ਮੂਵਮੈਂਟ ਆਫ ਇਨਰਸ਼ੀਆ ਦਾ ਫਾਰਮੂਲਾ ਫਾਈਂਡ ਆਊਟ ਕਰਨਾ ਪੈਣਾ ਹੈ। ਜਿਵੇਂ ਡਿਸਕ ਹੈ ਜਾਂ ਰਿੰਗ ਹੈ ਸਾਰਿਆਂ ਦੇ ਅਲੱਗ-ਅਲੱਗ ਫਾਰਮੂਲੇ ਤੁਹਾਨੂੰ ਯਾਦ ਰੱਖਣੇ ਪੈਣੇ ਹੈਗੇ ਆ ਇਹ ਤੁਹਾਡੇ ਨੂਮੈਰੀਕਲ ਸੋਲਵ ਕਰਨ ਦੇ ਵਿੱਚ ਹੈਲਪ ਕਰਨਗੇ। ਤਾਂ ਦਿਸ ਇਜ਼ ਅਬਾਊਟ ਯੋਰ theorems of moment of inertia।